श्री वाहेगुरु साहिब जी। सारंग महला चौथा घर पहला। एक ओंकार। सतगुर प्रसाद। हर गे संत जना की हम धूर। मिल सत संगत परम पद पाया। आत्म राम रहया भरपूर। हर की संत जना की हम धूर। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्द अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी दी कथा विचार व्याख्या सो सरवण करके लाभ प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु जी। सारंग महला चौथा। सारंग राग दी अंदर चौथे सरूप धन धन सतगुरु श्री गुरु रामदास साहब जी महाराज शुभ पावन उपदेश की बख्शिश करते हैं। श्री ਅੰਮ੍ਰਿਤਸਰ ਸਾਹਿਬ विखे सिख संगतां नूं ਇਹ उपदेश बख्श रहे ने। घर पहला। पहले सुरताल दे विच ये शब्द उचार रहे हैं। एक ओंकार। सब तो पहला श्री गुरु अर्जन देव जी जदों भी प्रकरण बदलता है मंगल जरूर करते ने। पहला वस्तु निर्देश मंगल करदिया उचार रहे ने। एक अद्वितीय स्वरूप परमेश्वर ओंकार जो सर्वदा प्रकाशक है। सतगुर प्रसाद। ऐसा वाहिगुरु सतगुरां दी कृपा द्वारा प्राप्त हुंदा है जो सत है चेतन है आनंद स्वरूप है। उस वाहिगुरु की प्राप्ति सतगुरु की कृपा द्वारा हुंदी है। हर की संत जना की हम धूर। प्रभु की कृपा द्वारा हरि परमेश्वर दे संत जना दी असी चरण धूड़ बनना कीता है।
ਮਿਲ ਸਤ ਸੰਗਤ ਪਰਮ ਪਦ ਪਾਇਆ। ਸਤ ਸੰਗਤ ਦੇ ਮਿਲਾਪ ਦੁਆਰਾ ਵੱਡੀ ਕੇਵਲ ਮੋਖ ਰੂਪ ਪਦਵੀ ਨੂੰ ਪਾਉਣਾ ਕੀਤਾ ਹੈ। ਆਤਮ ਰਾਮ ਰਹਿਆ ਭਰਪੂਰ। ਅਤੇ ਜੋ ਸਾਰਿਆਂ ਦਾ ਆਤਮਾ ਆਪਣਾ ਆਪ ਰੂਪ ਰਮਿਆ ਹੋਇਆ ਤੇ ਸਭ ਥਾਵਾਂ ਦੇ ਵਿਆਪਕ ਹੋ ਰਿਹਾ ਪਰਮੇਸ਼ਰ ਹੈ, ਉਸ ਨੂੰ ਜਾਣਨਾ ਕੀਤਾ ਹੈ। ਇਸੇ ਪ੍ਰਕਾਰ ਆਤਮ ਰਾਮ ਰਹਿਆ ਭਰਪੂਰ। ਜੋ ਪਰਮੇਸ਼ਰ ਸਭ ਥਾਂ ਵਿਆਪਕ ਹੋ ਰਿਹਾ ਹੈ, ਉਸ ਨੂੰ ਆਪਣਾ ਆਪ ਰੂਪ ਜਾਣਨਾ ਕੀਤਾ ਹੈ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ। ਸਤਿਗੁਰੂ ਸੰਤ ਸਾਨੂੰ ਮਿਲ ਜਾਣ ਜਾਂ ਸ਼ਾਂਤ ਆਤਮਾ ਵਾਲੇ ਸਤਿਗੁਰੂ ਜੀ ਮਿਲ ਜਾਣ ਤਾਂ ਆਤਮਿਕ ਸ਼ਾਂਤੀ ਪਾਉਣਾ ਕਰੀਦੀ ਹੈ। ਕਿਲ ਵੇਖ ਦੁੱਖ ਕਾਟੇ ਸਭ ਦੂਰ। ਅਤੇ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਕਿਲ ਵੇਖ ਬੱਜਰ ਪਾਪ ਜਮਨ ਮਰਨ ਆਦਿਕ ਸਾਰੇ ਦੁੱਖ ਕੱਟ ਕੇ ਦੂਰ ਕਰ ਦਿੱਤੇ ਹਨ। ਆਤਮ ਜੋਤ ਭਈ ਪ੍ਰਫੁੱਲਤ। ਫਫੇ ਨੂੰ ਦਲੈਂਕੜ ਹੋਣ ਕਰਕੇ ਪ੍ਰਫੁੱਲਤ ਪਾਠ ਬਣੇਗਾ। ਹਿਰਦੇ ਦੇ ਅੰਦਰ ਬ੍ਰਹਮ ਆਤਮਾ ਦੀ ਜੋਤ ਗਿਆਤ ਹੋਈ ਤੋਂ ਬਿਰਤੀ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਤ ਖਿੜ ਗਈ ਹੈ। ਪੁਰਖ ਨਿਰੰਜਨ ਦੇਖਿਆ ਹਜੂਰ। ਜਿਸ ਕਰਕੇ ਪੂਰਨ ਸ਼ੁੱਧ ਸਰੂਪ ਪਰਮੇਸ਼ਰ ਨੂੰ ਆਪਣਾ ਆਤਮਾ ਰੂਪ ਕਰਕੇ ਹਜ਼ੂਰ ਨੇੜੇ ਹੀ ਵੇਖ ਲਿਆ ਹੈ। ਵੱਡਾ ਭਾਗ ਸਤ ਸੰਗਤ ਪਾਈ। ਜਿਸ ਨੇ ਵੱਡੇ ਭਾਗਾਂ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਤ ਸੰਗਤ ਪਾਈ ਹੈ। ਹਰ ਹਰ ਨਾਮ ਰਹਿਆ ਭਰਪੂਰ। ਉਸ ਨੇ ਸਭ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਸਾਰੇ ਲਬਾ ਲਬ ਵਿਆਪਕ ਹੋ ਰਿਹਾ ਜਾਣਿਆ ਹੈ। 860 ਤੀਰਥ ਮੱਜਨ ਕੀਆ। ਉਸ ਗੁਰਮੁਖ ਪਿਆਰੇ ਨੇ ਸਤ ਸੰਗਤ ਪਗ ਨਾਏ ਧੂਰ। ਸਤ ਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਕੇ ਮਨ ਨੂੰ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਕਰ ਲਿਆ ਹੈ। ਗੁਰਮਤਿ ਬਿਕਾਰ ਮਲੀਨ ਮਤ ਹੋਛੀ। ਜੋ ਖੋਟੀ ਮਤ ਜਾਂ ਖੋਟੇ ਪੁਰਖ ਦੀ ਸਿੱਖਿਆ ਕਰਕੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਨਾਲ ਬੁੱਧੀ ਤੁਸ਼ ਅਤੇ ਮੈਲੀ ਹੋ ਰਹੀ ਹੈ, ਜਾਂ ਕਾਮ ਕ੍ਰੋਧ ਆਦਿਕ ਵਿਕਾਰ ਫੁਰਨੇ ਕਰਕੇ ਅਤੇ ਮਲੀਨਤਾ ਪੈਦਾ ਕਰਨ ਵਾਲੀ ਅਵਿਦਿਆ ਕਰਕੇ ਜਿਹੜੀ ਹੋਸ਼ੀ ਤੁਸ਼ ਮਤ ਹੋ ਰਹੀ ਹੈ ਅਤੇ ਵਿਸ਼ਿਆਂ ਦੀ ਹਿਰਦਾ ਕਸੁੱਧ ਲਾਗਾ ਮੋਹ ਕੂਰ। ਵਿਸ਼ਿਆਂ ਦੀ ਅਪਵਿੱਤਰਤਾ ਕਰਕੇ ਜਿਹੜਾ ਹਿਰਦਾ ਇਹ ਮੋਹ ਝੂਠ ਬੋਲਣ ਝੂਠੇ ਪਦਾਰਥਾਂ ਦੇ ਵਿੱਚ ਲੱਗਿਆ ਹੋਇਆ ਹੈ। ਬਿਨ ਕਰਮਾ ਕਿਉ ਸੰਗਤ ਪਾਈਐ। ਨਿਸ਼ਕਾਮ ਕਰਮ ਕੀਤੇ ਤੋਂ ਬਿਨਾਂ ਜਾਂ ਗੁਰਾਂ ਦੀ ਬਖਸ਼ਿਸ਼ ਤੋਂ ਬਿਨਾਂ ਸਤ ਸੰਗਤ ਕਿਵੇਂ ਪਾਉਣਾ ਕਰੀਦੀ ਹੈ। ਹਉਮੈ ਵਿਆਪ ਰਹਿਆ ਮਨ ਝੂਰ। ਭਾਵ
ਕਿਰਪਾ ਤੋਂ ਬਗੈਰ ਸੰਗਤ ਪ੍ਰਾਪਤ ਨਹੀਂ ਹੁੰਦੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਉ ਰੰਗ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਤਾਂ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਕਿਰਪਾ ਤੋਂ ਬਗੈਰ ਤਾਂ ਜਿਸ ਤਰ੍ਹਾਂ ਪਾਰਕ ਦੇ ਵਿੱਚ ਦੀ ਲੰਘੀ ਦਾ, ਇਸ ਤਰ੍ਹਾਂ ਸੰਗਤਾਂ ਨੰਗੇ ਸਿਰ ਹੀ, ਕੋਈ ਸਿਰ ਵੀ ਨਹੀਂ ਢੱਕਦਾ। ਜੇ ਸੇਵਾਦਾਰ ਰੱਖੇ ਤੇ ਗੁੱਸਾ ਲੱਗਦਾ। ਮੈਂ ਖੁਦ ਆਪ ਗੁੱਸਾ ਕਰਦਾ ਵੀ ਮੈਨੂੰ ਬੁਲਾਇਆ ਕਿਉਂ, ਜੋੜੇ ਲਾਓ ਜੀ, ਸਿਰ ਢੱਕੋ ਜੀ। ਉਹਨਾਂ ਦਾ ਤਾਂ ਕੰਮ ਹੈ ਸੇਵਾਦਾਰਾਂ ਨੂੰ ਪੈਸੇ ਦੇ ਕੇ ਸੰਗਤਾਂ ਨਹੀਂ ਬਿਠਾਇਆ ਹੋਇਆ ਗੇਟ 'ਤੇ, ਉਹਨਾਂ ਦਾ ਕਹਿਣਾ ਹੀ ਹੈ। ਗੁੱਸਾ ਕਾਹਦਾ ਭਾਈ? ਗਲਤੀ ਤਾਂ ਸਾਡੀ ਹੈ ਵੀ ਅਸੀਂ ਇੱਕ ਗੇਟ ਤੋਂ ਅੰਦਰ ਵੜਦੇ ਹਾਂ, ਦੂਜੇ ਗੇਟ ਥਾਣੀ ਬਾਹਰ ਨਿਕਲ ਜਾਂਦੇ ਹਾਂ। ਜਿਵੇਂ ਪਾਰਕ ਨੂੰ ਕ੍ਰੋਸ ਕਰੀਦਾ, ਰਸਤੇ ਦੀ ਕ੍ਰੋਸਿੰਗ ਸ਼ਾਰਟਕਟ ਬਣਾਇਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਗੈਰ ਤਾਂ ਬੰਦਾ ਉਹ ਘੁੰਮ ਘੁਮਾ ਕੇ ਪਾਰਕ ਵਾਂਗੂ ਗੁਰਦੁਆਰੇ ਆ ਕੇ ਵੀ ਮੱਥਾ ਟੇਕਣ ਤੋਂ ਬਗੈਰ ਹੀ ਨਿਕਲ ਜਾਂਦਾ ਹੈ। ਸੰਗਤ ਤਾਂ ਭਾਗਾਂ ਵਾਲਿਆਂ ਦੇ ਹਿੱਸੇ ਆਈ ਹੈ। ਸਤ ਸੰਗਤ ਸਾਧ ਪਾਈ ਵਡ ਭਾਗੀ, ਮਨ ਚਲ ਤੋ ਭਇਓ ਅਰੂੜਾ। ਫੋਨ ਕਰਨਾ ਲੱਗਾ ਹੋਊਗਾ ਤੇ ਬੈਠੇ ਗੱਲਾਂ ਮਾਰੀ ਜਾਵਾਂਗੇ, ਜਾਂ ਇੱਕ ਦੂਜੇ ਦੀ ਨਿੰਦਿਆ ਚੁਗਲੀ, ਜਾਂ ਹੇਠਾਂ ਵੈਸੇ ਹੀ ਟਾਈਮ ਗੁਜ਼ਾਰ ਕੇ ਕਦੀ ਕਿਸੇ ਨੂੰ ਮਿਲ, ਕਦੀ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾ। ਸੰਗਤ ਦਾ ਇਹ ਨਿਯਮ ਹੈ ਵੀ ਫਤਿਹ ਵੀ ਨਹੀਂ ਬੁਲਾਈ ਦੀ। ਕਹਿਣ ਦਾ ਮਤਲਬ ਵੀ ਸਤਿ ਸ੍ਰੀ ਅਕਾਲ ਬੁਲਾ ਕੇ ਆਪਾਂ ਹਾਲ ਵੀ ਨਹੀਂ ਪੁੱਛ ਸਕਦੇ, ਕਿਉਂਕਿ ਕਥਾ ਚੱਲ ਰਹੀ ਹੈ, ਕੀਰਤਨ ਚੱਲ ਰਿਹਾ। ਜੇ ਆਪ ਦੀ ਸਤਿ ਸ੍ਰੀ ਅਕਾਲ 'ਚ ਹੀ ਰਹਿ ਗਏ ਫਿਰ ਸੁਣਾਂਗੇ ਕੀ? ਤੋ ਇਸ ਵਾਸਤੇ ਸਤ ਸੰਗਤ ਅਸਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸੁਰਤੀ ਬਿਰਤੀ ਜੋੜ ਕੇ ਪ੍ਰਭੂ ਦੇ ਨਾਮ ਜਪਣ ਦਾ ਨਾਮ ਹੈ। ਜਿਹਦੇ ਵੱਡੇ ਭਾਗ ਨੇ, ਵੱਡੇ ਕਰਮ ਨੇ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਭਾਗਾਂ ਤੋਂ ਬਗੈਰ ਸੰਗਤ ਨਹੀਂ ਲੱਭਦੀ, ਤੇ ਸੰਗਤ ਤੋਂ ਬਗੈਰ ਜਿਹੜੇ ਮਨ ਨੂੰ ਸਾਡੇ ਪਾਪਾਂ ਦੀ, ਅਵਿਦਿਆ ਦੀ, ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਇਹ ਮੈਲ ਨਹੀਂ ਉਤਰਦੀ ਹੈ। ਸੋ ਵੱਡਾ ਭਾਗ ਸਤ ਸੰਗਤ ਪਾਈ। ਜਿਸ ਨੇ ਵੱਡੇ ਭਾਗਾਂ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਤ ਸੰਗਤ ਪਾਈ ਹੈ। ਨਾਨਕ ਸੰਤ ਮਿਲੈ ਹਰਿ ਪਾਈਐ। ਮੈਂ ਉੱਪਰ ਚਲਾ ਗਿਆ। ਬਿਨ ਕਰਮਾਂ ਹੋ ਦਿਆਲ ਕਿਰਪਾ ਕਰ ਹਰਿ ਜੀ। ਮੈਂ ਭੁੱਲ ਗਿਆ ਜਰਾ। ਮਾਗੋ ਸਤ ਸੰਗਤ ਪਗ ਧੂਰ। 68 ਤੀਰਥ ਮੱਜਨ ਕੀਆ। ਸਤ ਸੰਗਤ ਪਗ ਨਾਏ ਧੂਰ। ਵੱਡਾ ਭਾਗ ਸਤ ਸੰਗਤ ਪਾਈ। ਜਿਸ ਨੇ ਵੱਡੇ ਭਾਗਾਂ ਕਰਕੇ, ਵੱਡੇ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਤ ਸੰਗਤ ਪਾਉਣਾ ਕੀਤੀ ਹੈ। ਹਰ ਹਰ ਨਾਮ ਰਹਿਆ ਭਰਪੂਰ। ਉਸ ਨੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਸਾਰੇ ਪਰਿਪੂਰਨ ਲਬਾਲਬ ਵਿਆਪਕ ਹੋ ਰਿਹਾ ਜਾਣਿਆ ਹੈ। 68 ਤੀਰਥ ਮੱਜਨ ਕੀਆ। ਉਸ ਨੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਤ ਸੰਗਤ ਪਗ ਨਾਏ ਧੂਰ। ਸਤ ਸੰਗਤ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਕੇ ਮਨ ਨੂੰ 68 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਘਰ ਬੈਠਿਆਂ ਹੀ ਪ੍ਰਾਪਤ ਕਰ ਲਿਆ ਹੈ। ਸੁਣਿਆ 68 ਕਾ ਇਸ਼ਨਾਨ। ਵਾਹਿਗੁਰੂ ਨਾਮ ਸਰਵਣ ਕਰਨ ਦਾ ਹੀ ਲਾਭ ਹੈ ਕਿ ਘਰ ਬੈਠਿਆਂ
68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ। ਪੂਰਵ ਰਾਜੇ ਨੂੰ ਕਿਸੇ ਸਾਧੂ ਮਹਾਤਮਾ ਨੇ ਆਖਿਆ, ਚੱਲ ਰਾਜਨ ਤੈਨੂੰ 68 ਤੀਰਥਾਂ ਦੇ ਇਸ਼ਨਾਨ ਕਰਾ ਲਿਆਈਏ। ਉਹਦਾ ਫੁਰਨਾ ਬਣ ਗਿਆ। ਮਹਾਰਾਜ ਕਹਿੰਦੇ, ਰਾਜਾ ਤੂੰ ਨਾਮ ਜਪਦਾ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਕਹਿੰਦੇ, ਮਹਾਰਾਜ ਸਾਧੂ ਕਹਿ ਰਿਹਾ ਕਿ ਬੜਾ ਮਹਾਤਮ ਹੈ। ਕਹਿੰਦੇ, ਚੱਲ ਤੈਨੂੰ ਫਿਰ ਜਾਣ ਦੀ ਲੋੜ ਨਹੀਂ, ਤੈਨੂੰ ਘਰ ਬੈਠੇ ਮੈਂ 68 ਤੀਰਥਾਂ ਦਾ ਇਸ਼ਨਾਨ ਕਰਾ ਦਿੰਦਾ। ਦੂਰਬਾ ਪਰੂਰੋ ਅੰਗਰ ਗੁਰ ਨਾਨਕ ਜਸ ਗਾਇਓ। ਭੱਟਾ ਨੇ ਸਵਈਆਂ ਦੇ ਵਿੱਚ ਪੂਰਵ ਰਾਜੇ ਦਾ ਨਾਮ ਲਿਖਿਆ ਕਿ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਸ ਨੂੰ ਗਾ ਰਿਹਾ, ਕਿਉਂਕਿ ਪਰਮਾਤਮਾ ਖੁਦ ਗੁਰੂ ਨਾਨਕ ਸਾਹਿਬ ਜੀ ਹੋਏ ਜਿਨ੍ਹਾਂ ਨੇ ਪੂਰਵ ਰਾਜੇ ਨੂੰ ਘਰ ਬੈਠਿਆਂ 68 ਤੀਰਥ ਲਿਆ ਕੇ ਦਰਸ਼ਨ ਕਰਾ ਦਿੱਤੇ। ਆਖਿਆ, ਲੈ ਬਈ ਕਰ ਲਾ ਇਸ਼ਨਾਨ। ਉਹਨੇ ਇਸ਼ਨਾਨ ਕੀਤਾ। ਜੈਤਾ ਸੇਠ ਦੇ ਘਰ ਚਬੱਚੇ ਵਿੱਚ ਗੰਗਾ ਗਾਂ ਦਾ ਰੂਪ ਧਾਰ ਕੇ ਮੂੰਹ ਖੋਲ੍ਹ ਕੇ ਪਾਣੀ ਭਰ ਕੇ ਜਾਂਦੀ। ਜਦ ਉਹ ਇਸ਼ਨਾਨ ਕਰ ਲੈਂਦਾ ਫਿਰ ਉਹ ਗੰਗਾ ਜਲ ਪੀ ਕੇ ਵਾਪਸ ਚਲੀ ਜਾਂਦੀ। ਇਉਂ ਮਹਾਰਾਜ ਕਹਿੰਦੇ ਨੇ ਕਿ ਮਾਘ ਮਜਨ ਸੰਗ ਸਾਧੂ ਤੂੜੀ ਕਰ ਇਸਨਾਨ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਜਨਮ ਕਰਮ ਮਲ ਉਤਰ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਵੱਡੇ ਭਾਗ ਸਤ ਸੰਗਤ ਪਾਈ। ਹਰ ਹਰ ਨਾਮ ਰਹਿਆ ਭਰਪੂਰ। 68 ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਤੋਰ। ਸੰਗਤ ਦੇ ਵਿੱਚ ਬੈਠ ਕੇ ਜੋ ਇਸ਼ਨਾਨ ਕਰਨਾ ਹੈ, ਨਾਮ ਸੁਣਨਾ ਹੈ, ਇਹ ਬਾਰਿਸ਼ ਦੇ ਇਸ਼ਨਾਨ ਦੀ ਤਰ੍ਹਾਂ ਹੈ। ਜਿਵੇਂ ਫੁਹਾਰੇ ਥੱਲੇ ਜਾਂ ਬਾਰਿਸ਼ ਥੱਲੇ ਇਸ਼ਨਾਨ ਕਰੀਦਾ। ਜਿਹੜਾ ਦਰਖਤ ਹੁੰਦਾ ਹੈ ਉਹਦੀਆਂ ਜੜ੍ਹਾਂ ਡੂੰਘੀਆਂ ਹੋਣ ਕਰਕੇ ਵੱਡੇ ਦਰਖਤ ਧਰਤੀ 'ਚੋਂ ਪਾਣੀ ਤਾਂ ਲੈ ਲੈਂਦੇ ਨੇ, ਜੜ੍ਹਾਂ ਤੋਂ ਦਾ ਪਾਣੀ ਉਹਨਾਂ ਨੂੰ ਮਿਲ ਜਾਂਦਾ, ਪਰ ਜੋ ਮਿੱਟੀ ਘੱਟਾ ਹਨੇਰੀ ਵਗਣ ਤੋਂ ਉਹਨਾਂ ਦੇ ਪੱਤਿਆਂ ਟਾਹਣੀਆਂ ਦੇ ਪੈ ਕੇ ਉਹ ਗੰਦੇ ਹੋ ਜਾਂਦੇ ਨੇ। ਉਹ ਹੇਠਲਾ ਪਾਣੀ ਸਾਫ਼ ਨਹੀਂ ਕਰ ਸਕਦਾ। ਬਾਰਿਸ਼ ਪਈ ਤੋਂ ਹੀ ਚਮਕ ਆਵੇਗੀ। ਇੰਝ ਜਿੰਨਾ ਮਰਜ਼ੀ ਇਨਸਾਨ ਭਾਵੇਂ ਬ੍ਰਹਮ ਗਿਆਨੀ ਵੀ ਬਣ ਜਾਏ, ਪਰ ਬਾਰਿਸ਼ ਦੀ ਤਰ੍ਹਾਂ ਜੇ ਕੀਰਤਨ ਹੇਠ ਆਪਦੇ ਮਨ ਦਾ ਇਸ਼ਨਾਨ ਨਹੀਂ ਕਰਾਉਂਦਾ, ਸਾਚ ਨਾਮ ਕੀ ਅੰਮ੍ਰਿਤ ਵਰਖਾ ਹੇਠ ਨਹੀਂ ਬੈਠਦਾ। ਸਤ ਸੰਗਤ ਦੇ ਵਿੱਚ ਮਿਲ ਕੇ ਹਰੀ ਦਾ ਜਸ ਗਾਉਂਦਾ ਨਹੀਂ, ਸੁਣਦਾ ਨਹੀਂ, ਤਾਂ ਹਉਮੈ ਦੀ ਗਰਦ ਉਹਦੀ ਪਰਤ ਚੜ੍ਹ ਜਾਂਦੀ ਹੈ। ਗੁੜਗੁੜੇ ਮਿੱਟੀ ਵੇਖਣ ਨੂੰ ਬੰਦਾ ਬੁਰਾ ਲੱਗਦਾ, ਹਉਮੈ ਦੀ ਸੜਿਆਣ ਮਾਰਦਾ ਹੈ। ਇਉਂ ਸੰਗਤ ਦਾ ਜਿਹੜਾ ਇਸ਼ਨਾਨ ਹੈ ਉਹ ਭਾਵੇਂ ਜਿੰਨਾ ਮਰਜ਼ੀ ਕੋਈ ਨਿਤਨੇਮੀ ਹੋਵੇ, ਉਹ ਸਭਨਾਂ ਲਈ ਜ਼ਰੂਰੀ ਹੈ। ਅਸੀਂ ਮਹਾਰਾਜ ਕਹਿੰਦੇ ਵੀ ਸੰਗਤ ਦੇ ਚਰਨਾਂ ਦੀ ਧੂੜੀ 'ਚ ਇਸ਼ਨਾਨ ਕੀਤਾ ਹੈ ਤੇ ਸਮਝ ਲਓ 68 ਤੀਰਥ ਜਹ ਸਾਧ ਪਗ ਧਰੈ। ਜਿੱਥੇ ਸੰਤਾਂ ਨੇ ਚਰਨ ਪਾ ਦਿੱਤੇ ਉੱਥੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ। ਸੋ ਮੁਕਤਸਰ ਸਾਹਿਬ ਸ਼ਹੀਦਾਂ ਸਿੰਘਾਂ ਦੇ ਚਰਨ ਪਏ। ਭਾਈ ਮਾਨ ਸਿੰਘ ਮਾਤਾ ਭਾਗੋ ਉਹਨਾਂ ਨੇ ਜਾਨ ਹੂਲ ਕੇ ਜੰਗ ਕੀਤਾ। ਗੁਰੂ ਗੋਬਿੰਦ ਸਿੰਘ ਤੋਂ ਪੰਥ ਤੋਂ ਆਪਾ ਵਾਰਿਆ। ਉੱਥੇ ਮੁਕਤਸਰ ਮੁਕਤੀ ਦਾ ਸਰੋਵਰ ਮਹਾਰਾਜ ਨੇ ਲਾ ਦਿੱਤਾ। घर हिंद में तीर्थ एक है यात्रा के लिए, यहाँ बाप ने कटाए पुत्र खुदा के लिए। चमकौर साहब कहते सब तो वड्डा महान तीर्थ है जिथे दर्शन इशनान करन दो बेअंत पाप उतरदे हन। जिथे शहीदां दा खून डुलिया, जिथे डुलदा खून शहीदां दा तकदीर बदलदी कौमां दी, रंबियां नाल खोपर लै जांदे तस्वीर बदलदी कौमां दी। इहो जिहियां पवित्र जगह ते घर तां साडा घर है,
ਘਰ ਬੈਠੇ ਦਾ ਵੀ ਨਿਤਨੇਮ ਦਾ ਬੜਾ ਫਲ ਹੈ। ਪਰ ਜੇ ਇਹੋ ਜਿਹੀਆਂ ਸ਼ਹੀਦਾਂ ਵਾਲੀਆਂ ਪਵਿੱਤਰ ਜਗ੍ਹਾ 'ਤੇ ਬੈਠ ਕੇ ਕਰੋ, ਹੰਸਾਲੀ ਵਾਲੇ ਬਾਬਾ ਜੀ ਦਾ ਬਚਨ ਹੈ ਕਿ ਜੋ ਇਸ ਸਥਾਨ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਜਿੱਥੇ ਬਾਬੇ ਹਨੂਮਾਨ ਸਿੰਘ ਜੀ ਨੇ 3500 ਦੇ ਕਰੀਬ ਸੰਗਤਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ, 2.5 ਘੰਟੇ ਬੈਠ ਕੇ ਕੋਈ ਭਜਨ ਬੰਦਗੀ ਕਰੇਗਾ, ਉਹਦੇ ਕਾਰਜ ਵਾਹਿਗੁਰੂ ਰਾਸ ਕਰੇਗਾ। ਮੈਂ ਤਾਂ ਇਹੀ ਬੇਨਤੀ ਕਰਦਾ ਵੀ ਭਾਵੇਂ ਇੱਕ ਸੁਖਮਨੀ ਸਾਹਿਬ ਦਾ ਪਾਠ ਹੀ ਕਰੀਏ, ਜਿਹੜਾ ਮਹਾਰਾਜ ਦੇ ਕੋਲ ਬੈਠ ਕੇ ਇਸ ਸਥਾਨ ਦੇ ਹੋ ਜਾਣਾ ਉਹਦਾ ਬੜਾ ਫਲ ਹੈ। ਅਤੇ ਜਿਹੜੇ ਪਾਠੀ ਸਿੰਘ ਧੰਨ ਗੁਰੂ ਕੇ ਪਿਆਰੇ ਦਿਨੇ ਵੀ ਅਤੇ ਰਾਤ ਵੀ ਜਾਗਦੇ ਰਹਿੰਦੇ ਨੇ, ਔਰ ਇੰਨੀ ਇਹਨਾਂ ਦੀ ਮਿਹਨਤ ਹੈ। ਇਸ ਸਥਾਨ ਦੇ ਅਖੰਡ ਬੜ ਸਹਿਜ ਪਾਠ ਚੱਲਦੇ ਨੇ, ਗੁਰਮੁਖ ਸੇਵਾਵਾਂ ਨਿਭਾਉਂਦੇ ਨੇ ਪਾਠ ਕਰਨ ਦੀਆਂ, ਉਹਨਾਂ ਨੂੰ ਕਿੰਨਾ ਫਲ ਮਿਲਦਾ ਹੋਏਗਾ। ਮੈਂ ਤਾਂ ਸੋਚ ਕੇ ਹੈਰਾਨ ਹੋ ਜਾਂਦਾ। ਸਾਡੇ ਲਈ ਤਾਂ 5 ਮਿੰਟ ਬੈਠਣਾ ਔਖਾ ਹੈ, ਅਤੇ ਜਿਹੜੇ ਕੰਮ ਹੀ ਇਹ ਕਰਦੇ ਨੇ ਪਾਠ ਪੂਜਾ ਦਾ, ਕਿੰਨਾ ਫਲ ਹੈ ਵੇਖੋ। ਫਿਰ ਜੋ ਨਿਸ਼ਕਾਮਤਾ ਦੇ ਨਾਲ ਕਰਦੇ ਉਹਨਾਂ ਨੂੰ ਹੋਰ ਵੱਧ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਵਰ ਪਾਵਣ, ਹਉਮੈ ਵਿੱਚੋਂ ਜਾਏ। ਦੁਰਮਤ ਬੇਕਾਰ ਮਲੀਨ ਮਤ ਹੋਛੀ। ਜੋ ਖੋਟੀ ਮਤ ਹੈ, ਖੋਟੇ ਪੁਰਖਾਂ ਦੀ ਸਿੱਖਿਆ ਹੈ, ਵਿਕਾਰ ਕਾਮ ਕ੍ਰੋਧ ਆਦਿਕ, ਇਹਦੇ ਨਾਲ ਮਲੀਨ ਮਤ ਹੋਸ਼ੀ, ਬੁੱਧੀ ਹੋਸ਼ੀ ਤੇ ਮੈਲੀ ਹੋ ਰਹੀ ਹੈ, ਜਾਂ ਕਾਮ ਕ੍ਰੋਧ ਆਦਿਕ ਵਿਕਾਰ ਫੁਰਨੇ ਕਰਕੇ ਮਲੀਨਤਾ ਪੈਦਾ ਕਰਨ ਵਾਲੀ ਵਿਦਿਆ ਕਰਕੇ ਤੁਸ਼ ਮਤ ਹੋ ਰਹੀ ਸੀ। ਅਤੇ ਹਿਰਦਾ ਕਸੁੱਧ ਲਾਗਾ ਮੋਹ ਕੂਰ। ਵਿਸ਼ਿਆਂ ਦੀ ਅਪਵਿੱਤਰਤਾ ਕਰਕੇ ਹਿਰਦਾ ਮੋਹ ਅਤੇ ਝੂਠ ਬੋਲਣ ਵਿੱਚ ਲੱਗਾ ਰਿਹਾ, ਝੂਠੇ ਪਦਾਰਥਾਂ ਦੇ ਵਿੱਚ ਲੱਗਾ ਹੋਇਆ ਹੈ। ਬਿਨ ਕਰਮਾ ਕਿਉ ਸੰਗਤ ਪਾਈਐ। ਐਸੇ ਜਿਹੜੇ ਮਨਮੁਖ ਨੇ ਨਿਸ਼ਕਾਮ ਕਰਮਾਂ ਕੀਤੇ ਤੋਂ ਬਿਨਾਂ ਜਾਂ ਗੁਰਾਂ ਦੀ ਬਖਸ਼ਿਸ਼ ਕਿਰਪਾ ਤੋਂ ਬਿਨਾਂ, ਦੱਸੋ ਸਤ ਸੰਗਤ ਕਿਵੇਂ ਪਾ ਸਕਦੇ ਨੇ? ਨਹੀਂ ਪਾਉਣਾ ਕਰੀ ਦੀ। ਹਉਮੈ ਵਿਆਪ ਰਹਿਆ ਮਨ ਝੂਰ। ਹੰਗਤਾ ਦੀ ਵਿਆਪਣੇ ਲੱਗਣੇ ਕਰਕੇ ਉਹਨਾਂ ਦਾ ਮਨ ਹਮੇਸ਼ਾ ਝੂਰਦਾ ਰਹਿੰਦਾ ਹੈ, ਉਦਾਸੀਨਤਾ ਵਿੱਚ ਰਹਿੰਦਾ ਹੈ। ਹੋ ਦਇਆਲ ਕਿਰਪਾ ਕਰ ਹਰ ਜੀ। ਇਹ ਹਰੀ ਪਰਮੇਸ਼ਰ ਜੀ, ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੇ ਉੱਤੇ ਦਿਆਲੂ ਹੋਣਾ ਕਰੋ। ਆਗਾਓ ਸਤ ਸੰਗਤ ਪਗ ਧੂ। ਮੈਂ ਆਪ ਜੀ ਦੀ ਸਤਸੰਗਤ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ ਜੀ। ਨਾਨਕ ਸੰਤ ਮਿਲੈ ਹਰ ਪਾਈਐ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਚੌਥਾ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਹਰੀ ਪਰਮੇਸ਼ਰ ਸ਼ਾਂਤ ਆਤਮਾ ਵਾਲੇ ਪੁਰਖਾਂ ਦੇ ਨਾਲ ਮਿਲਣੇ ਕਰਕੇ ਹੀ ਤੈਨੂੰ ਪਾਉਣਾ ਕਰੀਦਾ ਹੈ। ਸ਼ਾਂਤ ਆਤਮਾ ਵਾਲੇ ਪੁਰਖ ਕੌਣ ਨੇ? ਗੁਰੂ ਰਾਮਦਾਸ ਖੁਦ ਆਪ ਹੀ ਤਾਂ ਹਨ। ਜਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਤਾਂ ਸ਼ਬਦ ਹੈ, ਉਹ ਕਿਹਨੂੰ ਕਹਿ ਰਹੇ ਨੇ? ਗੁਰੂ ਅਮਰਦਾਸ ਜੀ ਨੂੰ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾ। ਇਹ ਜੋ ਪਾਵਨ ਸ਼ਬਦ ਉਸ ਵਕਤ ਵਿਚਾਰਿਆ ਜਦ ਬੀਬੀ ਭਾਨੀ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ ਵਿਆਹ ਕੀਤਾ। ਪ੍ਰਾਹੁਣੇ ਨੂੰ ਪਲੰਘੇ 'ਤੇ ਬਿਠਾ ਕੇ ਫਿਰ ਡੋਲੀ ਤੋਰੀ ਦੀ ਹੈ। ਜਦ ਲੋਢੇ ਵੇਲੇ 3-4 ਵਜੇ ਪਲੰਘੇ 'ਤੇ ਬਿਠਾਇਆ ਆਪਦੇ ਘਰ ਚੁਬਾਰਾ ਸਾਹਿਬ, ਆਖਿਆ ਪੁਰਖਾ ਤੂੰ ਸਾਡੇ ਘਰ ਦਾ ਜਵਾਈ ਬਣਿਆ, ਅਤੇ ਪਹਿਲੇ ਦਿਨ ਜਵਾਈ ਦੇ ਰੂਪ ਦੇ ਵਿੱਚ ਪਲੰਘੇ 'ਤੇ ਬੈਠਾ, ਦੱਸ ਤੈਨੂੰ ਦਾਜ ਕੀ ਮੈਂ ਦਿਆਂ? ਮੈਂ ਧੀ ਰਾਣੀ ਤੇਰੇ ਨਾਲ ਤੋਰਨੀ ਹੈ, ਤੈਨੂੰ ਦਾਜ ਦੇ ਰੂਪ ਦੇ ਵਿੱਚ ਕੀ ਚਾਹੀਦਾ ਦੱਸ। ਤਾਂ ਗੁਰੂ ਰਾਮਦਾਸ ਮਹਾਰਾਜ ਹੱਥ ਜੋੜ ਕੇ ਖਲੋ ਗਏ। ਸੱਚੇ ਪਾਤਸ਼ਾਹ
ਆਪ ਦਾ ਨਾਮ ਮਿਲੇ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਗੁਰੂ ਦੀ ਮੱਤ ਮਿਲੇ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਦਾ ਮਤਲਬ ਹੈ ਰਹੁ ਰੀਤ ਮਰਿਆਦਾ। ਮੇਰੀ ਮਰਿਆਦਾ ਹੀ ਇਹ ਬਣ ਜਾਏ ਕਿ ਮੈਂ ਤੇਰਾ ਨਾਮ ਹੀ ਜਪਦਾ ਰਵਾਂ। ਭਾਗ ਹੋਆ ਗੁਰ ਸੰਤ ਮਿਲਾਇਆ। ਇਹੀ ਬੇਨਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਕੀਤੀ। ਗੁਰੂ ਨੂੰ ਹੀ ਸੰਤ ਆਖਿਆ ਹੈ। ਮੇਰੇ ਵਰਗੇ ਨਿਤਨੇਮ ਤਾਂ ਪੜ੍ਹਦੇ ਨਹੀਂ ਹਨ ਅਤੇ ਆਪ ਦੇ ਨਾਮ ਨਾਲ ਸੰਤ ਅਖਵਾ ਲੈਂਦੇ ਨੇ ਲਾ ਕੇ, ਅਤੇ ਸੰਤ ਬਣ ਕੇ ਬੈਠ ਜਾਂਦੇ ਨੇ। ਅਸੀਂ ਕਿੱਧਰੋਂ ਸੰਤ ਹੋ ਗਏ ਭਾਈ। ਸੋ ਮਹਾਰਾਜ ਸੱਚੇ ਪਾਤਸ਼ਾਹ ਖੁਦ ਆਪ ਹੀ ਸਭ ਕੁਛ ਨੇ। ਜੇ ਤੇ ਕਿਰਪਾ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਵਰਗਿਆਂ ਨੂੰ ਸੰਤ ਬਣਾ ਦਿੰਦੇ ਨੇ, ਪਰ ਹੈ ਅਸਲ 'ਚ ਮਹਾਰਾਜ ਆਪ ਹੀ ਸਭ ਕੁਛ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਵੀ ਆਪ ਵਸਦੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਭਾਗ ਹੋਆ ਗੁਰ ਸੰਤ ਮਿਲਾਇਆ। ਸਾਡੇ ਵੱਡੇ ਭਾਗ ਨੇ ਕਿ ਗੁਰੂ ਰੂਪੀ ਸੰਤ ਸਾਨੂੰ ਪਰਮਾਤਮਾ ਨੇ ਮਿਲਾਇਆ ਹੈ। ਲੋਕ ਤਰਸਦੇ ਨੇ, ਸਾਲ ਬਾਅਦ 6 ਮਹੀਨੇ ਬਾਅਦ ਮਸਾਂ ਕਦੇ ਦਰਸ਼ਨਾਂ ਦਾ ਟਾਈਮ ਨਿਕਲਦਾ, ਇਹ 2 ਜਾਂ 4 ਦਿਨ 5 ਦਿਨ ਵੱਧ ਤੋਂ ਵੱਧ ਰਹਿੰਦੇ। ਅਤੇ ਸਾਡੇ 'ਤੇ ਤਾਂ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਮੈਂ ਤਾਂ ਸੁਹਾਣੇ ਵਾਲਿਆਂ ਨੂੰ ਇਹੀ ਕਹਿੰਦਾ ਹਮੇਸ਼ਾ ਵੀ ਤੁਹਾਡੇ ਤਾਂ ਮਹਾਰਾਜ ਨੇ ਘਰ 'ਚ ਗੰਗਾ ਲਿਆਤੀ। ਦੁਨੀਆ ਤਰਸਦੀ ਹੈ ਰਾਗੀਆਂ ਦੇ ਦਰਸ਼ਨਾਂ ਨੂੰ। ਕਿੰਨੇ ਕਿੰਨੇ ਪੈਸੇ ਵੇਖੋ ਉਹਨਾਂ ਦੀ ਭੇਟਾ ਹੈ, ਕਿੰਨੀ ਦੂਰ ਤੋਂ ਆਉਣਾ ਜੋ ਹੁੰਦਾ। ਇਸ ਲਈ ਵੇਖੋ ਕਿੰਨੇ ਕਿੰਨੇ ਸੋਹਣੇ ਜਥੇ ਕੀਰਤਨ ਵਾਲੇ, ਕਥਾ ਵਾਲੇ। ਆਪਿੰਦਰਪਾਲ ਦਾ ਟਾਈਮ ਹੀ ਨਹੀਂ ਮਿਲਦਾ। ਜੇ ਕੋਈ ਲੈਣਾ ਚਾਹੇ ਉਹਦੇ ਕੋਲ ਟਾਈਮ ਹੀ ਨਹੀਂ ਹੈ, ਪਰ ਵੇਖੋ ਉਹ ਵੀ ਇੱਥੇ ਕਥਾ ਸੁਣਾ ਕੇ ਗਿਆ। ਇਹ ਭਾਗਾਂ ਦੀ ਨਿਸ਼ਾਨੀ ਹੈ। ਸਾਨੂੰ ਘਰ ਬੈਠਿਆਂ ਹੀ ਮਹਾਰਾਜ ਸਭ ਕੁਝ ਦੇ ਰਿਹਾ। ਪਿੰਡਾਂ 'ਚ ਤਾਂ ਗ੍ਰੰਥੀ ਵਿਚਾਰੇ ਮੇਰੇ ਵਰਗੇ, ਜੇ ਉਹਨਾਂ ਨੂੰ ਕਹੋ ਵੀ ਆਹ ਪਾਠ ਕਿਵੇਂ, ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ। ਸੋ ਗੁਰੂ ਘਰਾਂ ਦੇ ਵਿੱਚ ਸੰਗਤਾਂ ਵੀ ਸੇਵਾਵਾਂ ਨਿਭਾਉਂਦੇ। ਜੇ ਕੋਈ ਸੇਵਾਦਾਰ ਰੱਖਿਆ ਵੀ ਹੈ ਅਤੇ ਉਹ ਵਿਚਾਰਾ ਦੁੱਧ ਦੇ ਪ੍ਰਸ਼ਾਦੇ ਹੀ ਮੰਗਦਾ ਰਹਿੰਦਾ। ਤੋ ਕਥਾ ਪ੍ਰਚਾਰ ਕੀ ਕਰਨਾ ਹੈ, ਸਿਕਸ਼ਾ ਕੀ ਦੇਣੀ ਨਿਆਣਿਆਂ ਨੂੰ। ਇੰਨਾ ਬੁਰਾ ਹਾਲ ਹੋਇਆ ਪਿਆ ਹੈ। ਅਤੇ ਇਹ ਤਾਂ ਮਹਾਰਾਜ ਦੀ ਕਿਰਪਾ ਹੈ। ਵੇਖੋ ਕਿੰਨੇ ਕਿੰਨੇ ਸਮਾਗਮ ਚੱਲ ਰਹੇ ਹਨ। ਇਹ ਸਾਨੂੰ ਘਰ 'ਚ ਹੀ ਮਹਾਰਾਜ ਨੇ ਸਭ ਕੁਝ ਬਖਸ਼ਿਆ ਹੋਇਆ ਹੈ। ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਮਿਛੜਾ। ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ। ਜਨ ਨਾਨਕ ਦਾਸ ਤੁਮਾਰੇ ਜੀਓ। ਸੋ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਹੀ ਸੰਤ ਨੇ, ਜਿਨ੍ਹਾਂ ਦੇ ਚਰਨਾਂ ਵਿੱਚੋਂ ਨਾਮ ਦਾ ਦਾਨ ਮਿਲਦਾ। ਉਹ ਆਪ ਸ਼ਾਂਤ ਨੇ, ਸ਼ਾਂਤੀ ਪ੍ਰਾਪਤ ਹੁੰਦੀ ਹੈ। ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ। ਨਾਨਕ ਸੰਤ ਮਿਲੈ ਹਰ ਪਾਈਐ। ਜਦ ਗੁਰੂ ਅਮਰਦਾਸ ਮਹਾਰਾਜ ਜੀ ਦੇ ਜਵਾਈ ਬਣੇ ਅਤੇ ਗੁਰੂ ਜੀ ਨੇ ਸਤਿਕਾਰ ਸਹਿਤ ਪਲੰਘੇ 'ਤੇ ਬਿਠਾ ਕੇ ਦਾਜ ਮੰਗਣ ਵਾਸਤੇ ਆਖਿਆ, ਤਾਂ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਇਹੀ ਬੇਨਤੀ ਕੀਤੀ, ਜਿਹੜਾ ਸ਼ਬਦ ਰਹਿ ਰਸ ਵਾਲਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਉਹ ਉਚਾਰਿਆ ਅਤੇ ਆਖਿਆ, ਮਹਾਰਾਜ ਹਰ ਕਪੜੋ ਹਰ ਸ਼ੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਇਹ ਮੇਰੇ ਪਿਤਾ ਰੂਪ ਗੁਰੂ ਸਾਹਿਬ, ਮੈਨੂੰ ਇਹ ਦਾਨ ਦੇਵੋ। ਹਰ ਕਪੜੋ ਹਰ ਸ਼ੋਭਾ ਦੇਵੋ, ਜਿਤ ਸਬਰੈ ਮੇਰਾ ਕਾਜੋ। ਬੀਬੀ ਭਾਨੀ ਵੀ ਸੰਤੋਖੀ ਸੀਗੀ। ਉਹਨੇ ਵੀ ਆਖਿਆ ਵੀ ਹੇ ਬਾਬਲ ਗੁਰੂ ਅਮਰਦਾਸ, ਮੈਨੂੰ ਹਰੀ ਦੇ ਨਾਮ ਦਾ ਹੀ ਕੱਪੜਾ ਦੇ, ਜਿਹੜਾ ਕਦੀ ਪਾਟੇ ਹੀ ਨਾ। ਹਰੀ ਦੇ ਨਾਮ ਜਪਣ ਦੀ ਸ਼ੋਭਾ ਦੇ, ਜਿਹੜਾ ਸਿਰ ਨੰਗਾ ਹੀ ਨਾ ਹੋਵੇ, ਜਿਸ ਦੇ ਨਾਲ ਜਿਤ ਸਬਰੈ ਮੇਰਾ ਕਾਜੋ, ਮੇਰੇ ਸਾਰੇ ਕੰਮ ਸਬਰ ਜਾਣ। ਹਰ ਹਰ ਭਗਤੀ ਕਾਜ ਸੁਹਿਲਾ, ਗੁਰ ਸਤਿਗੁਰ ਦਾਨ ਦਿਵਾਇਆ। ਭਗਤੀ ਵਾਲਾ ਕਾਰਜ ਬੜਾ ਸੁਹਿਲਾ, ਸੁਖੀ ਕਰਨ ਵਾਲਾ। ਗੁਰਾਂ ਨੇ ਸਤਿਗੁਰਾਂ ਦੇ ਪਾਸੋਂ ਇਹ ਦਾਨ ਦਿਵਾਇਆ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਪਾਸੋਂ। ਗੁਰੂ ਤਾਂ ਹੋ ਗਏ ਗੁਰੂ ਅਮਰਦਾਸ ਜੀ। ਸਤਿਗੁਰੂ ਕੌਣ ਹੋਏ? ਗੁਰਾਂ ਦੇ ਗੁਰੂ, ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੇ ਪਾਸੋਂ।
ਇਹ ਮਹਾਰਾਜ ਨੇ ਕਿਰਪਾ ਕਰਕੇ ਦਾਨ ਦਿਵਾਇਆ ਹੈ, ਸਾਨੂੰ ਦਾਜ ਦਿਵਾਇਆ। ਖੰਡਵਰ ਪੰਡ ਹਰ ਸੋਭਾ ਹੋਈ, ਇਹੋ ਦਾਨ ਨ ਰਲਾਇਆ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ। ਹੋਰ ਜਿਹੜੇ ਮਨਮੁਖ ਵਿਖਾਲਾ ਪਾਉਂਦੇ ਨੇ, ਆਹ ਭੈਣਾਂ ਵੇਖ ਪੱਕੀਆਂ ਰੱਖੀਆਂ ਨੇ, ਆਹ ਭੈਣਾਂ ਵੇਖ ਆਹ ਚਾਦਰਾਂ ਪਈਆਂ ਨੇ, ਆਹ ਸਰਾਣੇ ਪਏ ਨੇ, ਭੈਣਾਂ ਵੇਖ ਆਹ ਭਾਂਡੇ ਨੇ, ਵਿਖਾਲਾ ਪਾਈਦਾ ਨਾ। ਜਿਹੜੇ ਮਨਮੁਖ ਲੋਕ ਮਾਇਆ ਬਿਰਤੀ ਵਾਲੇ, ਆਹ ਵੇਖ ਬਈ ਮੁੰਡੇ ਨੂੰ ਕਾਰ ਦਿੱਤੀ ਹੈ ਕੁੜੀ ਵਾਲਿਆਂ ਨੇ। ਤੋ ਇਸ ਤਰ੍ਹਾਂ ਜਿਹੜੇ ਲੋਕ ਵਿਖਾਵੇ ਲਈ ਕਰਜ਼ਾਈ ਹੋ ਜਾਂਦੇ, ਮੁੜ ਕੇ ਬੈਠ ਕੇ ਪਛਤਾਉਂਦੇ ਰੋਂਦੇ ਰਹਿੰਦੇ ਨੇ। ਸੋ ਇੰਝ ਲੋਕਾਂ ਤੋਂ ਵਾਹ ਖੱਟਣ ਲਈ ਜਿਹੜੇ ਦੁਨਿਆਵੀ ਦਾਜ ਰੱਖ ਕੇ ਦਿਖਾਲਦੇ ਨੇ, ਸੋ ਕੂੜ ਅਹੰਕਾਰ ਕਛ ਪਾਜੋ, ਉਹ ਝੂਠ ਨੇ, ਹੰਕਾਰੀ ਨੇ, ਪਖੰਡੀ ਹਨ। ਇਸ ਲਈ ਇਹ ਮੇਰੇ ਬਾਬਲ ਗੁਰੂ ਅਮਰਦਾਸ ਜੀ, ਇਹ ਮੇਰੇ ਪਿਤਾ ਜੀ ਸ੍ਰੀ ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਬੇਨਤੀ ਕਰ ਰਹੇ ਨੇ। ਦੋਵੇਂ ਜੀ ਇੱਕੋ ਹੀ ਰੂਪ ਸਨ। ਮਹਾਰਾਜ ਦਾ ਬਚਨ ਹੈ, ਧੰਨ ਫਿਰ ਇਹ ਨਾ ਆਖੀ ਹੈ ਬਹਿਨ ਇਕੱਠੇ ਹੋਏ। ਪਤੀ ਅਰ ਸਤੀ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜੋ ਗੋਡੇ ਨਾਲ ਗੋਡਾ ਜੋੜ ਕੇ ਇੱਕ ਸਾਥ ਬੈਠਦੇ ਨੇ। ਏਕ ਜੋਤ ਦੋਇ ਮੂਰਤੀ, ਧੰਨ ਫਿਰ ਕਹੀਐ ਸੋਏ। ਜੋਤ ਇੱਕ ਹੋਵੇ, ਵੇਖਣ ਨੂੰ ਦੋ ਹੋਣ, ਉਹੀ ਪਤੀ ਅਰ ਸਤੀ ਕਹੇ ਜਾਂਦੇ ਨੇ। ਇਸ ਲਈ ਦੋਨਾਂ ਦੀ ਬਿਰਤੀ ਇੱਕੋ ਜਿਹੀ ਸੀਗੀ, ਸੇਵਾ ਵੱਲੋਂ ਅਤੇ ਸਿਮਰਨ ਵੱਲੋਂ। ਬੀਬੀ ਭਾਨੀ ਵੀ ਸਤਿਗੁਰੂ ਅਮਰਦਾਸ ਜੀ ਤੋਂ ਪਹਿਲਾਂ ਹੀ ਉੱਠ ਕੇ ਇਸ਼ਨਾਨ ਕਰ ਲੈਂਦੇ, ਫਿਰ ਨਹਾ ਧੋ ਕੇ ਗੁਰੂ ਅਮਰਦਾਸ ਜੀ ਦਾ ਇਸ਼ਨਾਨ ਕਰਾਉਂਦੇ, ਕਿਉਂਕਿ ਬਜ਼ੁਰਗ ਪਿਤਾ ਸਨ। ਜਿਹੜੇ ਬਸਤਰ ਧੋ ਕੇ ਸਾਫ਼ ਕੀਤੇ ਹੁੰਦੇ, ਉਹ ਨਿੱਤ ਨਵੇਂ ਬਸਤਰ ਪੇਸ਼ ਕਰਦੇ। ਉਤਰੇ ਹੋਏ ਬਸਤਰ ਲੈ ਕੇ ਧੋਣ ਲਈ ਲੈ ਜਾਂਦੇ, ਮਹਾਰਾਜ ਨੂੰ ਪ੍ਰਸ਼ਾਦ ਪਾਣੀ ਛਕਾਉਂਦੇ। ਐਸੇ ਬਿਰਤੀ ਵਾਲੇ ਬੀਬੀ ਭਾਨੀ ਅਤੇ ਗੁਰੂ ਰਾਮਦਾਸ ਮਹਾਰਾਜ ਵੀ ਸਾਰੀ ਰਾਤ ਹਾਜ਼ਰ ਰਹਿੰਦੇ। ਅੰਮ੍ਰਿਤ ਵੇਲੇ ਫਿਰ ਉੱਠ ਕੇ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ, ਅਤੇ ਬੌਲੀ ਸਾਹਿਬ ਦੀ ਸਾਰੀ ਦਿਹਾੜੀ ਸੇਵਾ। ਸ਼ਾਮ ਨੂੰ ਫਿਰ ਸਾਂਭਾ ਸੁੱਤੀ। ਇਉਂ ਦੋਨਾਂ ਦੀ ਬਿਰਤੀ ਇੱਕ ਸਮਾਨ। ਹਰ ਰਾਮ ਰਾਮ ਮੇਰੇ ਬਾਬੂਲਾ, ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵ ਹੋ ਦਾਨ ਮੈਂ ਦਾਜੋ। ਹੇ ਹਰੀ ਪਿਤਾ, ਮੈਨੂੰ ਵਾਹਿਗੁਰੂ ਦੇ ਨਾਮ ਦਾ ਕਿਰਪਾ ਕਰਕੇ ਦਾਨ ਦੇਣਾ ਕਰੋ ਜੀ। ਨਾਨਕ ਸੰਤ ਮਿਲੇ ਹਰ ਭਾਈਏ। ਇਹ ਹਰੀ ਪਰਮੇਸ਼ਰ ਸ਼ਾਂਤ ਆਤਮਾ ਵਾਲੇ ਗੁਰੂ ਪੁਰਖਾਂ ਦੇ ਨਾਲ ਮਿਲਣ ਕਰਕੇ ਹੀ ਤੈਨੂੰ ਪਾਈਦਾ ਹੈ। ਹਰ ਜਨ ਭੇਟਿਆ ਰਾਮ ਹਜੂਰ। ਇਹ ਰਾਮ ਰਮੇ ਹੋਏ। ਸੋ ਪਰਮੇਸ਼ਰ ਜਿਸ ਗੁਰਮੁਖ ਜਨ ਨੂੰ ਤੂੰ ਭੇਟਿਆ ਮਿਲਿਆ ਹੋਇਆ ਹੈ, ਸੋ ਉਹਨੇ ਤੈਨੂੰ ਹਜ਼ੂਰ ਹਾਜ਼ਰਾ ਹਜ਼ੂਰ ਦਰਪੇਸ਼ ਤੂੰ ਮਨੀ ਆਪ ਦੇ ਨੇੜੇ ਸਮਝਿਆ ਹੈ, ਕੋਲ ਸਮਝਿਆ ਹੈ। ਸਾਰੰਗ ਮਹਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭਾਮ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਗੋਬਿੰਦ ਚਰਨਨ ਕਉ ਬਲਿਹਾਰੀ। ਇਹ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਪੁੱਤਰ ਚਰਨ ਕਮਲਾਂ ਤੋਂ ਮੈਂ ਬਲਿਹਾਰ ਜਾਂਦਾ ਵਾਹਿਗੁਰੂ। ਭਵ ਜਲ ਜਗਤ ਨ ਜਾਈ ਤਰਨਾ। ਜੰਮਣ ਮਰਨ ਦੇ ਭੈ ਰੂਪੀ ਪਾਣੀ ਨਾਲ ਭਰਿਆ ਹੋਇਆ ਜਗਤ ਸੰਸਾਰ ਸਮੁੰਦਰ ਅਸਾਂ ਜੀਵਾਂ ਦੇ ਪਾਸੋਂ ਆਪਣੇ ਆਪ ਤਰਿਆ ਨਹੀਂ ਜਾਂਦਾ। ਜਪ ਹਰ ਹਰ ਪਾਰੇ ਉਤਾਰੀ। ਕੇਵਲ ਗੁਰਾਂ ਦੁਆਰਾ ਹੀ ਹਰੀ ਪਰਮੇਸ਼ਰ ਦਾ ਨਾਮ ਜਪ ਕੇ ਹੀ ਪਾਰ ਉਤਾਰਾ ਹੋ ਸਕਦਾ ਹੈ, ਜਾਂ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਜਹਾਜ਼ਵਤ ਹੋ ਕੇ ਵੈਰਾਗ ਰੂਪ ਕਿਨਾਰੇ ਤੋਂ ਚੜ੍ਹਾ ਕੇ ਮੁਕਤੀ ਰੂਪ ਕਿਨਾਰੇ 'ਤੇ ਪਾਰ ਉਤਾਰ ਦਿੰਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨਹਾਰ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਸਮੁੰਦਰੀ ਜਹਾਜ਼ ਨੁਮਾ ਹੈ। ਹਰ ਕੀ ਪੌੜੀ ਵਾਲੇ ਪਾਸਿਓਂ ਨੋਕ ਦੀ ਤਰ੍ਹਾਂ
ਥੋੜ੍ਹੀ ਜਗ੍ਹਾ ਹੈ ਜਿੱਥੇ 4 ਕੀ ਬੰਦੇ ਸਿਰਫ ਜਲ ਲੈ ਸਕਦੇ ਨੇ। ਪਿਛਲੇ ਪਾਸੇ ਚੌੜਾਈ ਵਾਲੀ ਜਗ੍ਹਾ ਹੈ। ਸੰਗਤਾਂ 3-4 ਲਾਈਨਾਂ ਦੇ ਵਿੱਚ ਲੱਗੀਆਂ ਹੁੰਦੀਆਂ, ਸੋ ਫਰੰਟ ਦਰਵਾਜ਼ੇ ਤੋਂ ਪ੍ਰਵੇਸ਼ ਕਰਦੀਆਂ ਨੇ। ਇਉਂ ਜੋ ਹਰਿਮੰਦਰ ਸਾਹਿਬ ਰੂਪੀ ਜਹਾਜ਼ ਮਹਾਰਾਜ ਨੇ ਬਣਾਇਆ, ਇਹਦੇ ਵਿੱਚ ਬੈਠ ਕੇ ਕੀਰਤਨ ਸਰਵਣ ਕਰਨ ਰੂਪ ਜਿਹੜਾ ਚੜ੍ਹੇਗਾ, ਬਿਰਤੀ ਨੂੰ ਮਹਾਰਾਜ ਦੇ ਨਾਮ 'ਚ ਚੜ੍ਹਾਏਗਾ, ਉਹਨੂੰ ਨਾਮ ਜਪਣ ਦੇ ਨਾਲ ਹਰੀ ਪਾਰ ਉਤਾਰ ਦੇਵੇਗਾ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਹਿਰਦੈ ਪ੍ਰਤੀਤ ਬਨੀ ਪ੍ਰਭ ਕੇਰੀ। ਜਿਸ ਦੇ ਹਿਰਦੇ ਚਿੱਤ ਵਿੱਚ ਪਰਮੇਸ਼ਰ ਦੀ ਪ੍ਰਤੀਤੀ ਬਣ ਆਈ, ਭਾਵ ਭਰੋਸਾ ਆ ਗਿਆ ਹੈ ਕਿ ਪਰਮੇਸ਼ਰ ਸਦਾ ਅੰਗ ਸੰਗੇ ਅਭੰਗੰ ਬੇਪੋਤੇ, ਹਮੇਸ਼ਾ ਅੰਗ ਸੰਗ ਹੈ। ਏਵਾ ਸੁਰਤ ਵਿਚਾਰੀ। ਉਸ ਦੀ ਸੁਰਤੀ ਅੰਦਰ ਭਗਤੀ ਰੂਪ ਟਹਿਲ ਕਰਨ ਦੀ ਵਿਚਾਰ ਪ੍ਰਾਪਤ ਹੋਈ ਹੈ, ਜਾਂ ਪ੍ਰੇਮ ਨਾਲ ਟਹਿਲ ਕਰਦਾ ਹੈ ਤੇ ਬਿਰਤੀ ਦੇ ਨਾਲ ਸਵੈ ਸਰੂਪ ਨੂੰ ਵਿਚਾਰਨ ਕਰਦਾ ਹੈ, ਜਾਂ ਉਸਨੇ ਸੋ ਸ੍ਰੇਸ਼ਟ ਰਥ ਪ੍ਰੀਤੀ ਕਰਕੇ ਪ੍ਰਭੂ ਪ੍ਰਾਪਤੀ ਵਾਲੀ ਭਗਤੀ ਰੂਪ ਟਹਿਲ ਕਰਨੀ ਵਿਚਾਰੀ ਹੈ। ਆਪ ਨਾਮ ਜਪਣ ਤੇ ਹੋਰਨਾਂ ਨੂੰ ਜਪਾਉਣ ਰੂਪ, ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਸੇਵਾ ਕਰਨੀ ਉਹਨਾਂ ਨੇ ਵਿਚਾਰੀ ਹੈ। ਆਨੰਦੇਨ ਰਾਮ ਨਾਮ ਜਪ ਹਿਰਦੈ। ਸਤਿਗੁਰੂ ਜੀ ਕਥਨ ਕਰਦੇ ਨੇ, ਸਰਬ ਕਲਾ ਗੁਣਕਾਰੀ। ਜੋ ਪਰਮੇਸ਼ਰ ਸਾਰੀਆਂ ਸ਼ਕਤੀਆਂ ਵਾਲਾ ਤੇ ਗੁਣਕਾਰੀ ਉਪਕਾਰੀ ਹੈ, ਜਾਂ ਗੁਣ ਵਿਸ਼ਿਆਂ ਦੀ ਨਿਵਰਤੀ ਵਾਲੀ, ਕਾਰੀ ਨਾਮ ਰੂਪ ਔਸ਼ਧੀ ਦੇਣ ਵਾਲਾ, ਉਸ ਰਾਮ ਪਰਮੇਸ਼ਰ ਦਾ ਨਾਮ ਗੁਰਮੁਖ ਜਨ ਦਿਨੇ ਰਾਤ ਚਿੱਤ ਵਿੱਚ ਜਪਦੇ ਰਹਿੰਦੇ ਨੇ। ਪ੍ਰਭ ਆਗਮ ਅਗੋਚਰ ਰਵਿਆ ਸ੍ਰਬ ਠਾਈ। ਜੋ ਪਰਮੇਸ਼ਰ ਮਨ ਦੀ ਗਮਤਾ ਤੋਂ ਪਰੇ, ਇੰਦਰੀਆਂ ਦੀ ਅਵਿਸ਼ੇ ਤੇ ਸਭ ਥਾਵਾਂ ਦੇ ਵਿੱਚ ਰਮਿਆ ਮਿਲਿਆ ਹੋਇਆ ਹੈ। ਮਨ ਤਨ ਅਲਖ ਅਪਾਰੀ। ਹਰ ਜੋ ਮਨ ਚਿੱਤ ਤੇ ਤਨ ਦੇ ਅੰਦਰ ਮੌਜੂਦ ਹੈ, ਪਰ ਗੁਰਾਂ ਤੋਂ ਬਗੈਰ, ਲਖਣ ਤੋਂ ਰਹਿਤ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਅੰਤਰ ਹਰ ਨਾਮ ਸਰਬ ਧਰਣੀ ਧਾਰ। ਗੁਰ ਕਿਰਪਾ ਗੁਰ ਕਿਰਪਾਲ ਭਈ ਤਬ ਪਾਇਆ। ਜਦ ਸਤਿਗੁਰੂ ਜੀ ਕਿਰਪਾਲੂ ਹੋਏ, ਤਦੋਂ ਅੰਦਰੋਂ ਹੀ ਪਰਮੇਸ਼ਰ ਨੂੰ ਪਾਉਣਾ ਕੀਤਾ। ਹਿਰਦੈ ਅਲਖ ਲਖਾਰੀ। ਕਿਉਂਕਿ ਗੁਰਾਂ ਨੇ ਨਾਮ ਅੰਮ੍ਰਿਤ ਦੀ ਦਾਤ ਦੇ ਕੇ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਹਿਰਦੇ ਵਿੱਚ ਹੀ ਜਣਾ ਦਿੱਤਾ ਹੈ। ਅੰਤਰ ਹਰ ਨਾਮ ਸਰਬ ਧਰਣੀ ਧਾਰ। ਸਾਰੀ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਸਭਨਾਂ ਦੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਹਰ ਮੰਦਰ ਇਹੋ ਸਰੀਰ ਹੈ। ਤਾਈਓ ਆਖਿਆ ਮਹਾਰਾਜ ਨੇ, ਸਾਰੀ ਧਰਤੀ ਨੂੰ ਆਪਣੇ ਆਸਰੇ ਧਾਰਨ ਵਾਲੇ ਪਰਮੇਸ਼ਰ ਦਾ ਨਾਮ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਸਭਨਾਂ ਦੇ ਹਿਰਦੇ ਵਿੱਚ, ਪਰ ਪ੍ਰਗਟ ਨਾਮ ਜਪਣ ਤੋਂ ਗੁਰਮੁਖਾਂ ਦੇ ਹਿਰਦੇ ਵਿੱਚ ਹੁੰਦਾ ਹੈ। ਸਾਕਤ ਕੋ ਦੂਰ ਪਾਇਆ ਅਹੰਕਾਰੀ। ਹੰਕਾਰੀ ਤੇ ਕਠੋਰ ਚਿੱਤ ਵਾਲੇ ਪੁਰਖਾਂ ਤੋਂ ਵਾਹਿਗੁਰੂ ਕੋਹਾਂ ਕੋ ਦੂਰ ਹੈ। ਉਹਨਾਂ ਨੂੰ ਦੂਰ ਹੀ ਪ੍ਰਤੀਤ ਹੁੰਦਾ ਹੈ। ਗੱਲ ਸਮਝਣ ਦੀ ਹੈ, ਜਿਹੜਾ ਸਮਝ ਲੇ ਉਹਦੇ ਨੇੜੇ ਹੈ, ਤੇ ਜਿਹੜਾ ਮੂਰਖ ਮਤ ਕਰੇ
ਉਹਦੇ ਤੋਂ ਦੂਰ ਹੈ। ਤ੍ਰਿਸ਼ਨਾ ਜਲਤ ਨ ਕਬਹੁ ਬੂਝੈ। ਕਠੋਰ ਚਿੱਤ ਵਾਲਾ ਪੁਰਖ ਹਰ ਵਕਤ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਜਲਦਾ ਰਹਿੰਦਾ ਹੈ, ਪਰ ਅੰਦਰੋਂ ਪਦਾਰਥਾਂ ਨੂੰ ਪਾ ਕੇ ਵੀ ਕਦੇ ਉਹਦੀ ਤ੍ਰਿਸ਼ਨਾ ਬੁਝਦੀ ਨਹੀਂ ਹੈ, ਕਿਉਂਕਿ ਨਾਮ ਉਹਨਾਂ ਜਪਣਾ ਕੋਈ ਨਹੀਂ। ਹੁਣ ਪਾਣੀ ਤੋਂ ਰੇਤ ਤੋਂ ਹੀ ਅੱਗ ਬੁਝੇਗੀ, ਜੇ ਰੇਤ ਜਾਂ ਪਾਣੀ ਪਾਉਣਾ ਹੀ ਨਹੀਂ ਜਾਂ ਉੱਤੇ ਕੰਬਲ ਨਹੀਂ ਸੁੱਟਣਾ, ਅੱਗ ਬੁਝੇਗੀ ਕਿਵੇਂ? ਇਉਂ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਉਹ ਤ੍ਰਿਸ਼ਨਾ ਦੀ ਅੱਗ ਸੜਦੇ ਰਹਿੰਦੇ ਨੇ। ਵੈ ਬਾਜੀ ਹਾਰੀ। ਉਹਨਾਂ ਦੇ ਅੰਦਰੋਂ ਕਦੇ ਵੀ ਤ੍ਰਿਸ਼ਨਾ ਬੁਝਦੀ ਨਹੀਂ, ਅੱਗ ਕਰਕੇ ਅੱਗ ਦੀ ਤਰ੍ਹਾਂ ਲਟਾਲਟ ਬਲਦੀ ਰਹਿੰਦੀ। ਇਸੇ ਕਰਕੇ ਉਹਨੇ ਆਪਣੀ ਮਨੁੱਖਾ ਜਨਮ ਰੂਪ ਬਾਜੀ ਵਿਸ਼ਿਆਂ ਰੂਪ ਜੂਏ ਵਿੱਚ ਹਾਰ ਦਿੱਤੀ ਹੈ। ਉਠਤ ਬੈਠਤ ਹਰ ਗੁਣ ਗਾਵਹਿ। ਉਹ ਗੁਰਮੁਖ ਜਨ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ। ਉੱਠਦੇ ਬੈਠਦੇ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਗਾਉਂਦੇ ਰਹਿੰਦੇ, ਨਾਮ ਧਿਆਉਂਦੇ ਨੇ। ਗੁਰ ਕਿੰਚਤ ਕਿਰਪਾ ਧਾਰੀ। ਜਿਨ੍ਹਾਂ ਉੱਪਰ ਪੂਰੇ ਸਤਿਗੁਰਾਂ ਨੇ ਭਾਵੇਂ ਥੋੜੀ ਜਿਹੀ ਕਿਰਪਾ ਕੀਤੀ ਹੈ, ਮਿਹਰ ਦੀ ਦ੍ਰਿਸ਼ਟੀ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਕਿਰਪਾ ਭਰੀ ਕਟਾਖ ਨਜ਼ਰ ਜਿਸ ਗੁਰਮਤਿ ਵਾਹਿਗੁਰੂ ਨੇ ਪਾਈ ਹੈ, ਉਹ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ। ਜਨ ਕੈ ਸਦਖਾਮ ਮੁਤਾਬਕ ਹਮੇਸ਼ਾ ਹੀ ਲਗਾਤਾਰ ਅਜਪਾ ਜਾਪ ਨਾ ਵਿਸਰੈ। ਆ ਜੁਗਾਦ ਸਮਾਈ ਦੇ ਬਚਨ ਮੰਨਦਿਆਂ ਸੋ ਅਜਪਾ ਜਾਪ ਕਰਦਾ ਹੈ। ਨਾਨਕ ਜਿਨ ਕਉ ਨਦਰ ਪਾਈ ਹੈ। ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਕਿ ਜਿਨ੍ਹਾਂ ਤੇ ਪਰਮੇਸ਼ਰ ਦੀ ਜਾਂ ਗੁਰਾਂ ਦੀ ਕਿਰਪਾ ਭਰੀ ਨਿਗਾਹ ਹੋਈ, ਦ੍ਰਿਸ਼ਟੀ ਹੋਈ ਹੈ। ਤਿਨ ਕੀ ਪੈਜ ਸਵਾਰੀ। ਤਿੰਨਾਂ ਦੀ ਇੱਜ਼ਤ ਖੁਦ ਪਰਮੇਸ਼ਰ ਨੇ ਆਪ ਲੋਕ ਪਰਲੋਕ ਦੇ ਵਿੱਚ ਸੰਵਾਰਨਾ ਕੀਤੀ ਹੈ। ਆਰਗ ਮਹਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਹਰ ਹਰਿ ਅੰਮ੍ਰਿਤ ਨਾਮ ਦੇਹੋ ਪਿਆਰੇ। ਬੇਨਤੀ ਕਰੀਏ, ਹੇ ਪਰਮੇਸ਼ਰ, ਜੋ ਤੇਰਾ ਸਭ ਨੂੰ ਹਰੇ ਭਰੇ ਕਰਨ ਵਾਲਾ ਤੇ ਪਾਪਾਂ ਦਾ ਹਾਰਕ ਨਾਮ ਅੰਮ੍ਰਿਤ ਹੈ, ਜਾਂ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਹੈ। ਇਹ ਪਿਆਰੇ ਪਰਮੇਸ਼ਰ, ਉਹ ਨਾਮ ਕਿਰਪਾ ਕਰਕੇ ਮੈਨੂੰ ਦੇਣਾ ਕਰੋ ਜੀ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵਹੁ ਭਾਈ। ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਜਿਨ ਉਪਰ ਗੁਰਮੁਖ ਮਨ ਮਾਨਿਆ। ਇਹ ਪਰਮੇਸ਼ਰ, ਜਿਨ੍ਹਾਂ ਗੁਰਮੁਖਾਂ ਦੇ ਤੇਰਾ ਮਨ ਤੇਰਾ ਚਿੱਤ ਮੰਨ ਗਿਆ, ਪਤੀਜ ਗਿਆ ਹੈ, ਜਾਂ ਮੁਖੀ ਗੁਰਾਂ ਦਾ ਮਨ ਮੰਨ ਗਿਆ ਹੈ। ਤਿਨ ਕੇ ਕਾਜ ਸਵਾਰੇ। ਇਹਨਾਂ ਦੇ ਪਰਮਾਰਥ ਤੇ ਵਿਵਹਾਰਕ ਆਦਿਕ ਸਾਰੇ ਕਾਰਜ ਤੂੰ ਆਪ ਹੀ ਸੰਵਾਰ ਦਿੱਤੇ ਹਨ। ਰਹਾਉ ਕਰ ਫਰਮਾਨ ਕਰਦੇ ਨੇ। ਜੋ ਜਨ ਦੀਨ ਭਏ ਗੁਰ ਆਗੈ। ਜਿਹੜੇ ਪੁਰਖ ਸਤਿਗੁਰਾਂ ਦੀ ਅੱਗੇ ਗਰੀਬੀ ਭਾਵ ਸ਼ਰਧਾ ਨਿਮਰਤਾ ਵਾਲੇ ਸੁਭਾਅ ਦੇ ਸਹਿਤ ਪੇਸ਼ ਹੋਏ ਹਨ, ਗੁਰਦੁਆਰੇ ਦੀ ਯੂਨੀਫਾਰਮ ਦੇ ਵਿੱਚ ਗਲ ਵਾਲਾ ਪਰਨਾ ਕੰਪਲਸਰੀ ਹੈ। ਬਿਨਾਂ ਗਲ 'ਚ ਪਰਨਾ ਪਾਉਣ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰਾਗੀ ਸੰਕੀਰਤਨ ਨਹੀਂ ਕਰ ਸਕਦੇ, ਨਾ ਹੀ ਸਿੰਘ ਸਾਹਿਬ ਹਜ਼ੂਰੀ 'ਚ ਬੈਠ ਸਕਦੇ ਨੇ। ਸੇਵਾਦਾਰਾਂ ਦੇ ਗਲਾਂ 'ਚ ਵੀ ਪਰਨੇ ਹੁੰਦੇ ਨੇ। ਇਹ ਜਿਹੜਾ ਪਰਨਾ ਹੈ, ਇੱਕ ਨਿਮਰਤਾ ਦੀ ਨਿਸ਼ਾਨੀ, ਨਿਮਰਤਾ ਦਾ ਸੂਚਕ ਹੈ। ਪਹਿਲੀ ਗੱਲ,
ਜੇ ਨਹੀਂ ਪਾਵਾਂਗੇ ਸਮਝ ਲਓ ਸਾਡਾ ਮਨ ਹੰਕਾਰ ਦੇ ਵਿੱਚ, ਟੋਟ ਪੱਕੇ 'ਚ। ਹਟਾਈਆਂ ਟੋਈਆਂ ਤਾਂ ਈਸਾਈਅਤ ਹੈ, ਗੋਰਿਆਂ ਦੀ ਵਰਦੀ ਹੈ, ਗੁਰਦੁਆਰੇ ਦੀ ਵਰਦੀ 'ਚ ਪਰਨਾ ਜ਼ਰੂਰੀ ਹੈ। ਆ ਜਿਹੜੀਆਂ ਬਿਮਾਰੀਆਂ ਚੱਲੀਆਂ ਨੇ ਕਰੋਨਾ ਆਦਿ, ਇਹਦੇ 'ਚ ਤਾਂ ਬਹੁਤਾ ਹੀ ਬਚਾਅ ਹੁੰਦਾ। ਇਸ ਲਈ ਦੂਸਰੀ ਗੱਲ ਇਹ ਹੈ ਕਿ ਜਦ ਵੀ ਕੋਈ ਸਰੀਰਕ ਫਰਕ ਹੋਵੇ ਤਾਂ ਪਰਨੇ ਦੇ ਨਾਲ ਹੀ ਮੱਖੀ ਮੱਛਰ ਨੂੰ ਉਡਾਈਦਾ, ਚਮੜੀ ਆਦਿਕ ਦੇ ਉੱਪਰ। ਸੋ ਹੱਥ ਲਾਉਣ ਤੋਂ ਮੁੜਕਾਇਆ ਹੁੰਦਾ, ਇਸ ਕਰਕੇ ਹੱਥ ਗਿੱਲੇ ਹੋ ਜਾਂਦੇ ਨੇ, ਜੂਠੇ ਹੋ ਜਾਂਦੇ ਨੇ। ਉਹ ਫਿਰ ਮਹਾਰਾਜ ਨੂੰ ਲੱਗਣ ਤੋਂ ਬੇਦਬੀ ਹੁੰਦੀ ਹੈ। ਪਰਨੇ ਦੀ ਵਰਤੋਂ ਦੇ ਨਾਲ ਹੀ ਹਜ਼ੂਰੀ ਦੇ ਵਿੱਚ ਸਰੀਰ ਨੂੰ ਟੱਚ ਕਰਨਾ ਚਾਹੀਦਾ। ਤੋ ਇਸ ਲਈ ਇਹ ਨਿਮਰਤਾ ਦਾ ਸੂਚਕ ਹੈ ਜੋ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ, ਪਰਨਾ ਪਾ ਕੇ, ਇਹ ਮਹਾਰਾਜ ਗਰੀਬੀ ਧਾਰ ਕੇ ਸ਼ਰਧਾ ਨਿਮਰਤਾ ਵਾਲੇ ਸੁਭਾਅ ਦੀ ਸਹਿਤ ਜਿਹੜੇ ਪੁਰਖ ਤੇਰੇ ਚਰਨਾਂ ਵਿੱਚ ਪੇਸ਼ ਹੋਏ ਨੇ, ਤਿਨ ਕੀ ਦੁਖ ਨਿਵਾਰੇ। ਦੇਖੋ ਕਿੰਨਾ ਸਸਤਾ ਸੌਦਾ ਹੈ। ਤੁਸੀਂ ਦੱਸੋ ਵੀ ਇਹੋ ਜਿਹਾ ਸਸਤਾ ਸੌਦਾ ਕਿਤੇ ਮਿਲ ਸਕਦਾ? ਕੱਲਾ ਗਲ 'ਚ ਪਰਨਾ ਪਾਉਣ ਦੇ ਨਾਲ ਹੀ ਜੰਮਣ ਮਰਨ ਆਦਿਕ ਦੇ ਦੁੱਖ ਮਹਾਰਾਜ ਨੇ ਨਿਵਰਤ ਕਰ ਦਿੱਤੇ ਨੇ। ਸੁਤੇ ਸਿੱਧ ਮਨ ਦਾ ਸੁਭਾਅ ਨਿਮਰਤਾ 'ਚ ਹੋਣ ਨਾਲ ਅਸਲ 'ਚ ਵੈਸੇ ਜੋ ਵਸਤਰ ਆਦਿਕਾਂ ਦੀ ਇਹ ਮਰਿਆਦਾ ਹੈ, ਇਹ ਤਾਂ ਡਿਸਿਪਲਨ ਸਮਝ ਲਓ। ਪਰ ਜਿੰਨਾ ਚਿਰ ਵਾਹਿਗੁਰੂ ਨਾਮ ਨਹੀਂ ਜਪੀਦਾ, ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਉਹਨਾਂ ਚਿਰ ਨਿਮਰਤਾ ਨਹੀਂ ਆਉਂਦੀ। ਜਿੰਨਾ ਮਰਜ਼ੀ ਇਨਸਾਨ ਮੂੰਹ ਤੋਂ ਬੋਲੀ ਜਾਏ, ਹੁਣ ਆਪਾਂ ਬੋਲਦੇ ਕਹਿੰਦੇ ਆ, ਪਤਾ ਵੀ ਹੈ ਸਾਨੂੰ ਵੀ ਨਿਮਰਤਾ ਰੱਖਣੀ, ਤੇ ਪਰ ਆਉਂਦੀ ਨਹੀਂ। ਨਾਮ ਜਪਣ ਤੋਂ ਹੀ ਮਨ ਸ਼ਾਂਤ ਹੁੰਦਾ ਹੈ। ਇਸ ਲਈ ਜਿਨ੍ਹਾਂ ਨੇ ਨਾਮ ਜਪ ਕੇ ਨਿਮਰਤਾ ਧਾਰੀ, ਉਹਨਾਂ ਦੇ ਦੁੱਖ ਮਹਾਰਾਜ ਨੇ ਨਿਵਰਤ ਕਰ ਦਿੱਤੇ ਨੇ। ਤੇ ਜਿਹੜੇ ਹੰਕਾਰੀ ਹੋਏ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਨੂੰ ਮਹਾਰਾਜ ਨੇ ਬੇਮੁਖ ਕਰਕੇ ਪਿੱਠ ਵਿਖਾ ਦਿੱਤੀ ਹੈ, ਪਰ ਦੁਖੀ ਹੋਏ ਹਨ। ਆਨੰਦਿਨ ਭਗਤ ਕਰਹਿ ਗੁਰੇ ਆਗੈ। ਉਹ ਪੁਰਖ ਗੁਰਾਂ ਦੇ ਅੱਗੇ ਭਾਵ ਸਨਮੁਖ ਰਹਿ ਕੇ ਦਿਨ ਰਾਤ ਪ੍ਰੇਮਾ ਭਗਤੀ ਕਰਦੇ ਹਨ। ਗੁਰ ਕੈ ਸ਼ਬਦ ਸਵਾਰੇ। ਇਸੇ ਕਰਕੇ ਉਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਜੀਵਨ ਸੰਵਾਰ ਲਏ ਹਨ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ। ਜਿਨ੍ਹਾਂ ਦੇ ਹਿਰਦੇ ਚਿੱਤ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਵਸਿਆ ਹੈ। ਰਸ ਗਾਵੈ ਰਸ ਵਿਚਾਰੇ। ਤੇ ਜਿਹਵਾ ਜ਼ਬਾਨ ਵੀ ਨਾਮ ਦਾ ਰਸ ਲੈ ਰਹੀ ਹੈ, ਉਹ ਰਸ ਪ੍ਰੇਮ ਨਾਲ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਨੇ, ਤੇ ਰਸ ਪ੍ਰੇਮ ਨਾਲ ਆਨੰਦ ਸਰੂਪ ਦੀ ਪ੍ਰਾਪਤੀ ਬਾਬਤ ਵਿਚਾਰ ਕਰਦੇ ਹਨ। ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ। ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਨੂੰ ਜਾਣ ਲਿਆ, ਚੱਖ ਲਿਆ। ਸੋਈ ਜਾਣੈ ਜਿਨੇ ਚਾਖੈ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੈ ਨਾਹੀ, ਜੇਕੋ ਰਖੈ ਲੁਕਾਈ। ਕੋਈ ਪਾਵਹਿ ਮੋਖ ਦੁਆਰੇ। ਸੋ ਇਸੇ ਕਰਕੇ ਉਹ ਦੁਆਰਿਆਂ ਵਾਲੇ ਸਰੀਰ ਤੋਂ ਜਾਂ ਸੰਸਾਰ ਰੂਪ ਦੁਆਰੇ ਤੋਂ ਮੁਕਤੀ ਪਾ ਲੈਂਦੇ ਹਨ। ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਐ, ਕਿਆ ਕਹਿ ਮੁਖ ਬੋਲਾ। ਜਾਂ ਮੁਕਤੀ ਦੇ ਦੁਆਲੇ ਬ੍ਰਹਮ ਗਿਆਨ ਨੂੰ ਪਾ ਲੈਂਦੇ ਨੇ। ਸਤਿਗੁਰ ਪੁਰਖ ਅਚਲ ਅਚਲਾ ਮਤ। ਮਨਮੁਖ ਦਾ ਮਨ ਦੀਵੇ ਦੀ ਲਾਟ ਤਰ੍ਹਾਂ ਡਾਵਾਂ ਡੋਲ ਹੁੰਦਾ, ਪਰ ਜਿਹੜੇ ਗੁਰਮੁਖ ਨੇ ਉਹ ਗੁਰਾਂ ਦੇ ਕੋਲ ਇਕਾਗਰ ਹੋ ਜਾਂਦੇ, ਕਿਉਂਕਿ ਸੱਚਾ ਗੁਰੂ ਆਪ ਪੂਰਨ ਅਚਲ ਹੈ। ਤੇ ਗੁਰਾਂ ਦੀ ਬੁੱਧੀ ਸਿੱਖਿਆ ਵੀ ਜਿਹੜੀ ਹੈ ਚੱਲਣ ਤੋਂ ਰਹਿਤ, ਭਾਵ ਸਦਾ ਇੱਕ ਰਸ ਰਹਿਣ ਵਾਲੀ ਹੈ। ਦ੍ਰਿੜਤਾ ਨਾਮ ਆਧਾਰੇ। ਜਿਸ ਗੁਰੂ ਦੀ ਨਾਮ ਦੇ ਵਿੱਚ ਦ੍ਰਿੜਤਾ ਪਰਪੱਕਤਾ ਹੈ, ਤੇ ਜਿਸ ਗੁਰੂ ਨੂੰ ਕੇਵਲ ਨਾਮ ਦਾ ਹੀ ਆਸਰਾ,
ਉਹਦੀ ਬੁੱਧੀ ਗੁਰ ਸਿੱਖਿਆ ਦੁਆਰਾ ਅਚਲ ਹੋ ਗਈ, ਜਿਹਦੇ ਅੰਦਰ ਗੁਰ ਸਿੱਖਿਆ ਦੀ ਪਰਪੱਕਤਾ ਤੇ ਵਾਹਿਗੁਰੂ ਨਾਮ ਦਾ ਆਸਰਾ ਹੈ। ਤੇ ਆਗਿਆ ਜੀਉ ਦੇਵਾ ਆਪਣਾ, ਤਿਸ ਗੁਰਾਂ ਦੀ ਸਨਮੁਖ ਆਪਣਾ ਸੂਖਮ ਸਰੀਰ ਅਸੀਂ ਭੇਟਾ ਕਰਦੇ ਜਾਂ ਆਪਣੀ ਜ਼ਿੰਦਗੀ ਭੇਟਾ ਕਰਦੇ ਹਾਂ। ਓ ਸਤਿਗੁਰ ਕੈ ਬਲਿਹਾਰੇ, ਆਪਣੇ ਸਤਿਗੁਰ ਕੈ ਬਲਿਹਾਰੇ। ਅਸੀਂ ਆਪਣੇ ਸਤਿਗੁਰ ਕੈ ਬਲਿਹਾਰੀ, ਅਸੀਂ ਆਪਣੇ ਸਤਿਗੁਰਾਂ ਦੇ ਉੱਪਰੋਂ ਕੁਰਬਾਨ ਪਈ ਜਾਂਦੇ ਹਾਂ। ਮਨਮੁਖ ਭ੍ਰਮ ਦੂਜੈ ਭਾਏ ਲਾਗੇ, ਮਨਮੁਖ ਪੁਰਖ ਭਰਮ ਦੇ ਕਾਰਨ ਦਵੈਤ ਭਾਵ ਦੇ ਵਿੱਚ ਲੱਗੇ ਹੋਏ ਹਨ। ਅੰਤਰ ਅਗਿਆਨ ਗੁਬਾਰੇ, ਕਿਉਂਕਿ ਉਹਨਾਂ ਦੇ ਅੰਦਰ ਅਗਿਆਨ ਦਾ ਗਾੜਾ ਹਨੇਰਾ ਪਿਆ ਹੋਇਆ ਹੈ। ਸਤਿਗੁਰ ਦਾਤਾ ਨਦਰ ਨਾ ਆਵੈ, ਇਸ ਲਈ ਨਾਮ ਦਾ ਦਾਤਾ, ਗਿਆਨ ਦਾ ਦਾਤਾ ਜੋ ਸਤਿਗੁਰੂ ਹੈ, ਉਹਨਾਂ ਦੇ ਨਜ਼ਰੀ ਨਹੀਂ ਆਉਂਦਾ। ਨਾ ਉਰਵਾਰ ਨਾ ਪਾਰੇ, ਮਹਾਰਾਜ ਦੇ ਦਰਸ਼ਨ ਹੀ ਨਹੀਂ ਕਰਦੇ ਹੋ, ਇਸੇ ਕਰਕੇ ਉਹਨਾਂ ਦਾ ਨਾ ਉਰਲਾ ਕਿਨਾਰਾ ਭਾਵ ਇਹ ਲੋਕ ਤੇ ਨਾ ਹੀ ਪਰਲਾ ਕਿਨਾਰਾ ਭਾਵ ਪਰਲੋਕ ਸੁਧਰਦਾ ਹੈ। ਸਰਬੇ ਘਟ ਘਟ ਰਵਿਆ ਸੁਆਮੀ, ਜੋ ਮਾਲਕ ਪਰਮਾਤਮਾ ਜਿਹਦੀ ਕਥਾ ਤੁਹਾਨੂੰ ਸੁਣਾਈ ਹੈ, ਉਹ ਸਾਰੇ ਘਟਾ ਘਟਾਂ 'ਚ ਵਿਆਪਕ ਹੋ ਰਿਹਾ ਹੈ। ਸਰਬ ਕਲਾ ਕਲ ਧਾਰੇ, ਔਰ ਉਹ ਪਰਮੇਸ਼ਰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਆਪਣੀ ਚੇਤਨ ਸੱਤਾ ਰੂਪ ਸ਼ਕਤੀ ਦੇ ਆਸਰੇ ਉਹਨੇ ਧਾਰਨ ਕੀਤੀ ਹੋਈ ਹੈ। ਜਾਂ ਸਾਰੇ ਖੰਡ ਬ੍ਰਹਿਮੰਡ ਵਿੱਚ ਸੋ ਆਪਣੀ ਕਲਾ ਨਾਲ ਸਾਰੇ ਧਾਰੇ ਹੋਏ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਤੇ ਆਤਮਿਕ ਸ਼ਾਂਤੀ ਧਾਰਨ ਕਰਾਉਣ ਵਾਲਾ ਹੈ। ਨਾਨਕ ਦਾਸਨ ਦਾਸ ਕਹਿਤ ਹੈ, ਸਤਿਗੁਰੂ ਰਾਮਦਾਸ ਜੀ ਕਥਨ ਕਰਦੇ ਕਿ ਮੈਂ ਦਾਸਾਂ ਦਾ ਦਾਸ ਸੇਵਕ ਬਣ ਕੇ ਬੇਨਤੀ ਪੂਰਵਕ ਇਹ ਬਚਨ ਕਥਨ ਕਰਦਾ ਹਾਂ ਕਿ ਹੇ ਪਰਮੇਸ਼ਰ, ਹਰ ਕਿਰਪਾ ਲੈ ਹੋ ਬਾਰੇ, ਦਇਆ ਦ੍ਰਿਸ਼ਟੀ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੈਣਾ ਕਰੋ ਜੀ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸਰਬੇ ਘਟ ਘਟ ਰਵਿਆ ਸੁਆਮੀ, ਸਰਬ ਕਲਾ ਕਲ ਧਾਰੇ, ਨਾਨਕ ਦਾਸਨ ਦਾਸ ਕਹਿਤ ਹੈ, ਕਰ ਕਿਰਪਾ ਲਿਓ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।